2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕਸੀ ਹੋਈ ਹੈ ਤੇ ਉੱਥੇ ਹੀ ਭਾਜਪਾ ਵੱਲੋਂ ਆਪਣੇ ਸੰਗਠਨ ਦੇ ਵਿੱਚ ਫੇਰ-ਬਦਲ ਕੀਤਾ ਗਿਆ ਤੇ ਪੰਜਾਬ ਭਾਜਪਾ ਦਾ ਪ੍ਰਧਾਨ ਸੁਨੀਲ ਜਾਖੜ ਨੂੰ ਥਾਪਿਆ ਗਿਆ ਹੈ ਤੇ ਜਿਸ ਤੋਂ ਬਾਅਦ ਕਿਤੇ ਖੁਸ਼ੀ ਤੇ ਕਿਤੇ ਗਮ ਦਿਖਾਈ ਦੇ ਰਿਹਾ। ਹਾਲਾਂਕਿ ਗਠਬੰਧਨ ਨੂੰ ਲੈ ਕੇ ਵੀ ਜਿਹੜੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਸੀਗਾ, ਅਕਾਲੀ ਦਲ ਤੇ ਭਾਜਪਾ ਦੇ ਵੱਡੇ ਆਗੂਆਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕੋਈ ਗਠਬੰਧਨ ਦੀ ਗੱਲ ਨਹੀਂ ਚੱਲ ਰਹੀ, ਇਹ ਮੀਡੀਆ ਦੀ ਦੇਣ ਹੈ ਤੇ ਕੱਲੇ-ਕੱਲੇ ਚੋਣਾਂ ਲੜਨ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ ਸੁਨੀਲ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਦੇ ਕਈ ਪੁਰਾਣੇ ਆਗੂ ਜਿਹੜੇ ਹੈ ਉਹ ਨਾਰਾਜ਼ ਵੀ ਦਿਖ ਰਹੇ ਨੇ, ਕਈਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਅੱਜ ਅਸੀਂ तमाम ਸਾਰੀ ਗੱਲਾਂ ਦੇ ਉੱਤੇ ਗੱਲਬਾਤ ਕਰਾਂਗੇ। ਪੰਜਾਬ ਐਸਸੀ ਮੋਰਚਾ ਪੰਜਾਬ ਦੇ ਪ੍ਰਧਾਨ SR ਲੱਦੜ ਜੋ ਕਿ ਸਾਬਕਾ IAS ਅਫਸਰ ਵੀ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਪਹਿਲੇ ਤਾਂ ਤੁਹਾਡਾ ANB ਨਿਊਜ਼ ਤੇ। ਸ਼ੁਕਰੀਆ ਵਿਜੇ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਚੈਨਲ ਤੇ ਆਪਣਾ ਤੁਹਾਡੇ ਜਿਹੜੇ ਦਰਸ਼ਕ ਹੈ ਉਹਨਾਂ ਦੇ ਨਾਲ ਰੂਬਰੂ ਹੋਣ ਦਾ, ਬਹੁਤ-ਬਹੁਤ ਸ਼ੁਕਰੀਆ। ਸਾਹਿਬ, ਪਹਿਲਾ ਸਵਾਲ, ਸੁਨੀਲ ਜਾਖੜ 1 ਸਾਲ ਦੇ ਕਰੀਬ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤੇ ਇੱਕਦਮ ਭਾਜਪਾ ਦਾ ਪ੍ਰਧਾਨ ਬਣਾਉਣਾ ਕਿੱਦਾਂ ਦੇਖਦੇ ਹੋ? ਵਿਜੇ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸੁਨੀਲ ਜਾਖੜ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ। ਉਹ ਬੜੇ ਐਨਰਜੈਟਿਕ ਸਿਆਸੀ ਨੇਤਾ ਹੈਗੇ ਆ। ਉਹਨਾਂ ਦਾ ਜਿਹੜਾ ਕਦਬੁੱਤ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ, ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ, ਕਿ ਸੁਨੀਲ ਜਾਖੜ ਜੀ 3 ਵਾਰੀ MLA ਰਹੇ ਆ। ਮੈਂ ਉਸ ਵੇਲੇ 2002 ਦੇ ਵਿੱਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸੀ ਤੇ ਫਾਜ਼ਿਲਕਾ ਵੀ ਫਿਰੋਜ਼ਪੁਰ ਦਾ ਹਿੱਸਾ ਸੀਗਾ ਜਦੋਂ ਪਹਿਲੀ ਵਾਰੀ MLA ਬਣੇ ਆ। ਤੇ ਮੈਂ ਉਹਨਾਂ ਦੇ ਪਿਤਾ ਜੀ ਮਾਨਨੀਏ ਬਲਰਾਮ ਜਾਖੜ ਜੀ ਨੂੰ ਵੀ ਮਿਲਦਾ ਰਿਹਾ ਤੇ ਆਪਣੇ ਬੜੇ ਭਲੇ ਆਦਮੀ ਸੀਗੇ। ਔਰ ਇਹਨਾਂ ਦਾ ਜਿਹੜਾ ਉੱਥੋਂ 2002 ਤੋਂ ਲੈ ਕੇ 2023 ਤੱਕ ਦਾ ਸਿਆਸੀ ਜਿਹੜਾ ਇਹਨਾਂ ਦਾ ਕੈਰੀਅਰ ਹੈ ਉਹਦੇ ਵਿੱਚ ਇਹ 3 ਵਾਰੀ MLA ਰਹੇ, 1 ਵਾਰੀ ਮੈਂਬਰ ਪਾਰਲੀਮੈਂਟ ਰਹੇ, ਲੀਡਰ ਆਫ ਆਪੋਜੀਸ਼ਨ ਰਹੇ। ਜਦੋਂ ਮੈਂ ਨੌਕਰੀ 'ਚ ਰਿਹਾ ਤਾਂ ਬਹੁਤ ਵਾਰੀ ਮੈਂ ਇਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਦੇ ਤੌਰ 'ਤੇ ਵੀ ਸੁਣਿਆ। ਇੱਕ ਤਾਂ ਇਹਨਾਂ ਦਾ ਜਿਹੜਾ ਆਪਣਾ ਬੇਦਾਗ ਚਿਹਰਾ ਹੈਗਾ ਆ, ਕੋਈ ਕਿਸੇ ਤਰ੍ਹਾਂ ਦਾ, ਬਹੁਤ ਸਾਰੇ ਤੁਹਾਨੂੰ ਪਤਾ ਅੱਜ ਕੱਲ੍ਹ ਕਈ ਲੋਕਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ, ਕਿੰਨਾ ਦੇ ਜਿਹੜੇ ਡਿਸਪਰਪੋਰਸ਼ਨੇਟ ਅਸੈਟਸ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ। ਜਾਖੜ ਜੀ ਇੱਕ ਬੇਦਾਗ ਸ਼ਖਸੀਅਤ ਹੈਗੇ ਆ। ਮੈਂ ਨਿੱਜੀ ਤੌਰ 'ਤੇ ਬਹੁਤ ਖੁਸ਼ ਹੈਗਾ ਆ ਕਿ ਉਹਨਾਂ ਨੂੰ ਮੌਕਾ ਮਿਲਿਆ ਹੈਗਾ ਆ ਪੰਜਾਬ ਦੇ ਵਿੱਚ BJP ਦੀ ਵਾਂਗਡੋਰ ਸੰਭਾਲਣ ਦਾ। ਉਹਨਾਂ ਦਾ ਜਿਹੜਾ ਵਿਜ਼ਨ ਹੈ ਉਹ ਆਪਣਾ ਪੂਰੇ ਪੰਜਾਬ ਦਾ ਵਿਜ਼ਨ ਹੈਗਾ ਆ। ਉਹਨਾਂ ਨੂੰ ਪਤਾ ਹੈਗਾ ਆ ਕਿ ਲੋਕਾਂ ਦੇ, ਇੱਕ ਤਾਂ ਪਿੰਡ ਦੇ ਰਹਿਣ ਵਾਲੇ ਆ, ਸ਼ਹਿਰ ਦੇ ਵਿੱਚ ਉਹਨਾਂ ਨੇ ਆਪਣਾ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੇ ਪਾਰਲੀਮੈਂਟ ਜਾ ਕੇ ਸਿਆਸਤ ਕੀਤੀ ਹੈਗੀ ਆ। ਸੋ ਆਪਣਾ ਉਹਨਾਂ ਦਾ ਵਿਜ਼ਨ ਬਹੁਤ ਬਰੋਡਰ ਹੈ ਤੇ ਇਸ ਕਰਕੇ ਮੈਂ ਇਸ ਫੀਲ ਕਰਦਾ ਹੈਗਾ ਕਿ ਜਿਹੜੇ ਸਾਡੇ ਅਸੀਂ ਕੱਲ੍ਹ ਅੰਮ੍ਰਿਤਸਰ ਵਿਖੇ ਵੀ ਗਏ ਸੀਗੇ, ਉਹਨਾਂ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਿਆ, ਦੁਰਗਿਆਨਾ ਮੰਦਿਰ ਮੱਥਾ ਟੇਕਿਆ, ਵਾਲਮੀਕ ਰਾਮ ਤੀਰਥ ਮੰਦਰ ਮੱਥਾ ਟੇਕਿਆ। ਉਹ ਸਾਰੇ ਵਰਗਾਂ ਨੂੰ, ਸਾਰੇ ਸਿਆਸੀ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਨੇਤਾ ਹੈਗੇ ਆ। ਔਰ ਜਿਹੜੇ ਲੋਕੀ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਤੇ ਲੋਕੀ ਬਹੁਤ ਖੁਸ਼ ਹੈਗੇ ਆ ਕਿ ਹੁਣ ਅਸੀਂ ਆਪਣਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜਾ ਜਾਖੜ ਜੀ ਦੀ ਅਪੁਆਇੰਟਮੈਂਟ ਹੈ, ਇਹ ਇੱਕ ਬਹੁਤ ਵੱਡਾ ਕਦਮ ਹੈ ਕੇਂਦਰੀ ਲੀਡਰਸ਼ਿਪ ਵੱਲੋਂ ਕਿ ਅਸੀਂ ਆਪਣਾ ਪੰਜਾਬ ਦੇ ਵਿੱਚ ਵੀ ਸਾਨੂੰ ਨਜ਼ਰ ਆ ਰਿਹਾ ਕਿ ਹੁਣ ਜਿਹੜੀ ਸੱਤਾ ਆ ਪੰਜਾਬ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਹੱਥ ਦੇ ਵਿੱਚ ਆਏਗੀ ਔਰ ਲੋਕਾਂ ਨੂੰ ਜਿਹੜਾ ਹੈਗਾ ਆ ਇੱਕ ਸਹੀ ਤਰ੍ਹਾਂ ਦੀ ਆਪਣਾ ਕਲੀਨ ਐਡਮਿਨਿਸਟ੍ਰੇਸ਼ਨ ਮਿਲੇਗੀ ਜੋ ਮੋਦੀ ਜੀ ਦੇ ਆਪਣਾ ਲੀਡਰਸ਼ਿਪ ਥੱਲੇ ਸੈਂਟਰ ਦੇ ਵਿੱਚ ਮਿਲ ਰਹੀ ਹੈ। ਸੋ ਉਸ ਤਰ੍ਹਾਂ ਦੀ ਡਬਲ ਇੰਜਨ ਦੀ ਸਰਕਾਰ ਜਿਹੜੀ ਆ ਉਹ ਬਣੇਗੀ। ਫੰਡਸ ਸਾਡੇ ਸਟੇਟ 'ਚ ਆਉਣਗੇ, ਕੰਮ ਹੋਏਗਾ, ਕੰਮ ਕਰਨ ਵਾਲੇ ਬੰਦੇ ਦਾ ਮੁੱਲ ਪਏਗਾ। ਸੋ ਮੈਂ ਇਸ ਅਪੁਆਇੰਟਮੈਂਟ ਨੂੰ ਇੱਕ ਬਹੁਤ ਪੋਜ਼ੀਟਿਵ ਅਪੁਆਇੰਟਮੈਂਟ ਦੇਖ ਰਿਹਾ ਤੇ ਮੈਂ ਆਪਣੇ ਵੱਲੋਂ SC ਮੋਰਚੇ ਦਾ ਪ੍ਰਧਾਨ ਹੁੰਦਿਆਂ ਆਪਣੇ ਵੱਲੋਂ ਔਰ ਆਪਣੇ ਸਮੁੱਚੇ ਮੋਰਚੇ ਵੱਲੋਂ, ਔਰ ਜਿਹੜੀ ਹਾਈਐਸਟ ਪਾਪੂਲੇਸ਼ਨ ਵਾਲਾ ਸਟੇਟ ਹੈ, SC ਪਾਪੂਲੇਸ਼ਨ ਵਾਲਾ 32% ਪਾਪੂਲੇਸ਼ਨ ਹੈ, ਮੈਂ ਸਾਰੇ ਸਮਾਜ ਵੱਲੋਂ ਸੁਨੀਲ ਜਾਖੜ ਜੀ ਨੂੰ ਜੀ ਆਇਆਂ ਕਹਿਣਾ ਹੈਗਾ ਔਰ ਪੂਰਨ ਸਹਿਯੋਗ ਦਾ ਉਹਨਾਂ ਨੂੰ ਭਰੋਸਾ ਦਿਵਾਉਣਾ ਹੈ। ਜਿਹੜੇ ਸਭ ਗੱਲ ਕਰੀਏ ਤਾਂ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਥਾਪਿਆ ਗਿਆ ਤੇ ਇਸ ਨਾਲ ਹਾਲਾਂਕਿ ਕਈ ਜਿਹੜੇ ਆਗੂ ਹੈ ਬਹੁਤ ਖੁਸ਼ ਦਿਖਦੇ ਹੈ, ਪਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਹਾਲਾਂਕਿ ਥੋੜ੍ਹਾ ਹੀ ਸਮਾਂ ਬਚ ਗਿਆ ਤੇ ਇੱਕਦਮ ਅਸ਼ਵਨੀ ਸ਼ਰਮਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਪ੍ਰਧਾਨ ਵੀ ਰਹੇ, ਪਹਿਲੇ ਵੀ MLA ਰਹੇ, ਕਿਸਾਨੀ ਅੰਦੋਲਨ ਦੇ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀਗਾ, ਕਿ ਇੱਕਦਮ ਅਸ਼ਵਨੀ ਸ਼ਰਮਾ ਨੂੰ ਹਟਾਉਣਾ ਸੰਗਠਨ ਦੇ ਵਿੱਚ ਵਿਰੋਧਤਾ ਜ਼ਾਹਿਰ ਨਹੀਂ ਕਰਦਾ? ਦੇਖੋ ਵਿਜੇ ਜੀ, ਮੈਂ ਸਮਝਦਾ ਹੈਗਾ ਕਿ ਅਸ਼ਵਨੀ ਸ਼ਰਮਾ ਜੀ ਨੇ ਵੀ ਆਪਣੇ ਸਮੇਂ ਦੇ ਵਿੱਚ ਚੰਗਾ ਕੰਮ ਕੀਤਾ ਹੈਗਾ।
ਉਹਨਾਂ ਨੇ ਵੀ ਆਪਣਾ ਬਹੁਤ ਸਾਰੇ, ਤੁਹਾਨੂੰ ਪਤਾ ਹੈਗਾ ਕਿ ਉਹਨਾਂ ਦੇ ਸਮੇਂ 'ਚ ਹੀ ਸੁਨੀਲ ਜਾਖੜ ਜੀ ਵੀ ਪਾਰਟੀ 'ਚ ਆਏ ਹੈਗੇ ਆ। ਬਹੁਤ ਵੱਡੇ ਵੱਡੇ ਲੀਡਰ ਦੂਜੀਆਂ ਪਾਰਟੀਆਂ 'ਚੋਂ ਆ ਕੇ ਉਹਨਾਂ ਨੇ ਜੁਆਇਨ ਕੀਤਾ। ਮੈਂ ਤਾਂ ਆਪ ਖੁਦ ਉਹਨਾਂ ਦੀ ਰਹਿਨਮਾਈ ਦੇ ਵਿੱਚ, ਉਹਨਾਂ ਦੀ ਪ੍ਰੇਰਨਾ ਸਦਕਾ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਇਆ ਹੈਗਾ। ਸੋ ਉਹਨਾਂ ਦੇ ਰੋਲ ਨੂੰ ਕਿਸੇ ਤਰੀਕੇ ਨਾਲ ਵੀ ਆਪਾਂ ਅੰਡਰਮਾਈਨ ਕਰਕੇ ਨਹੀਂ ਦੇਖ ਸਕਦੇ। ਉਹਨਾਂ ਨੇ ਜਿੰਨਾ ਸਮਾਂ ਉਹਨਾਂ ਨੂੰ ਮਿਲਿਆ, ਤੀਜੀ ਵਾਰ ਪ੍ਰਧਾਨ ਰਹਿਣਾ ਭਾਰਤੀ ਜਨਤਾ ਪਾਰਟੀ ਦਾ, ਸਟੇਟ ਦਾ, ਕੋਈ ਛੋਟੀ ਗੱਲ ਨਹੀਂ ਹੈ। ਵਕਤ ਜਿੰਨਾ ਉਹਨਾਂ ਨੂੰ ਮਿਲਿਆ, ਉਹਨਾਂ ਨੇ ਆਪਣਾ ਵਿੱਤੋਂ ਬਾਹਰ ਜਾ ਕੇ ਆਪਣਾ, ਮੈਂ ਤਾਂ ਦੇਖਿਆ ਕਈ ਵਾਰੀ ਮਹੀਨਾ ਮਹੀਨਾ ਉਹ ਆਪਣੇ ਘਰ ਨਹੀਂ ਸੀ ਜਾ ਪਾਉਂਦੇ। ਦੱਸਦੇ ਹੁੰਦੇ ਸੀਗੇ ਕਿ ਮੈਂ ਅਜੇ ਤੱਕ ਪੂਰਾ ਮਹੀਨਾ ਹੋ ਗਿਆ ਤੇ ਮੈਂ ਪਠਾਨਕੋਟ ਨਹੀਂ ਜਾ ਪਾਇਆ। ਸੋ ਉਹਨਾਂ ਨੇ ਕੰਮ ਬਹੁਤ ਕੀਤਾ ਹੈਗਾ। ਸੋ ਅਸੀਂ ਉਹਨਾਂ ਨੂੰ, ਕਿਉਂਕਿ ਜਿਹੜੀ ਚੇਂਜ ਹੈ ਨਾ ਜੀ, ਇਹ ਪ੍ਰਕਿਰਤੀ ਦਾ ਹੈਗਾ, ਸਿਸਟਮ ਹੈ। ਔਰ ਭਾਰਤੀ ਜਨਤਾ ਪਾਰਟੀ ਕਦੇ ਵੀ ਕਿਸੇ ਨੂੰ ਪਿਤਾ ਪੁਰਖੀ ਜਿਹੜਾ ਹੈਗਾ ਲੀਡਰਸ਼ਿਪ ਨਹੀਂ ਦਿੰਦੀ। ਤੁਸੀਂ ਦੇਖਿਆ ਹੋਣਾ ਆ, ਅਕਾਲੀ ਦਲ ਦੇ ਵਿੱਚ ਇੱਕੋ ਹੀ ਪਰਿਵਾਰ ਦੇ ਕੋਲ ਹੀ ਆਪਣਾ ਜਿਹੜਾ ਸਟੇਟ ਪ੍ਰੈਜ਼ੀਡੈਂਟਸ਼ਿਪ ਚੱਲੀ ਆ ਰਹੀ ਹੈਗੀ ਆ। ਹੋਰ ਜਿੰਨੀਆਂ ਪਾਰਟੀਆਂ ਹੈਗੀਆਂ, ਚਾਹੇ ਤੁਸੀਂ ਆਪਣਾ ਲੈ ਲਓ ਮਾਇਆਵਤੀ ਦਾ ਨਾਂ ਲੈ ਲਓ, ਚਾਹੇ ਤੁਸੀਂ ਆਪਣਾ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਦਾ ਨਾਂ ਲੈ ਲਓ, ਯਾਦੂ ਦਾ ਆਪਣਾ ਜਿਹੜੇ ਆਪਣੇ ਲਾਲੂ ਪ੍ਰਸਾਦ ਯਾਦੂ ਉਹਨਾਂ ਦਾ ਲੈ ਲਓ, ਜਾਂ ਤੁਸੀਂ ਆਪਣਾ ਸਾਊਥ ਦੇ ਵਿੱਚ DMK ਦਾ ਨਾਂ ਲੈ ਲਓ। ਇੱਕੋ ਹੀ ਪਰਿਵਾਰ ਦੇ ਵਿੱਚ ਹੀ ਸੱਤਾ ਚੱਲੀ ਜਾ ਰਹੀ ਹੈ, ਪ੍ਰਧਾਨਗੀ ਚੱਲੀ ਜਾ ਰਹੀ ਹੈ। ਸੋ ਇਹ ਬਿਊਟੀ ਹੈਗੀ ਆ ਭਾਰਤੀ ਜਨਤਾ ਪਾਰਟੀ ਦੀ ਕਿ ਇੱਥੇ ਚਾਹ ਬਣਾਉਣ ਵਾਲਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਆ। ਇੱਥੇ ਆਪਣਾ ਕਿਸਾਨ ਪਰਿਵਾਰ 'ਚ ਜਨਮਿਆ ਜਿਹੜਾ ਸੁਨੀਲ ਜਾਖੜ ਹੈ, ਉਹ ਵੀ ਪ੍ਰਧਾਨ ਬਣ ਸਕਦਾ ਆ। ਇੱਥੇ ਵਿਜੇ ਸੰਪਲਾ ਵੀ ਸਟੇਟ ਦਾ ਪ੍ਰੈਜ਼ੀਡੈਂਟ ਬਣ ਸਕਦਾ ਆ। ਸੋ ਇਸ ਕਰਕੇ ਇਹ ਜਿਹੜੀ ਚੇਂਜ ਹੈਗੀ ਆ, ਇਹਨੂੰ ਤੁਸੀਂ ਪੋਜ਼ਿਟਿਵਲੀ ਦੇਖੋ ਕਿ ਆਪਣਾ ਜੋ ਬੰਦਾ ਜਿੰਨਾ ਕੈਪੇਬਲ ਹੈ ਕਰਨ ਦੇ ਕੰਮ। ਦੇਖੋ ਆਪਣੇ ਸੁਨੀਲ ਜਾਖੜ ਜੀ ਸਾਡੇ ਪੂਰੇ ਸਟੇਟ ਦੇ ਪ੍ਰਧਾਨ ਰਹਿ ਚੁੱਕੇ ਕਾਂਗਰਸ ਦੇ। ਸੋ ਇਸ ਕਰਕੇ ਉਹਨਾਂ ਦਾ ਵਿਜ਼ਨ ਹੈ, ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹੈਗੇ ਆ। ਤੋ ਪਾਰਟੀ ਹਾਈ ਕਮਾਂਡ ਨੂੰ ਇਹ ਲੱਗਿਆ ਕਿ ਜੀ ਸੁਨੀਲ ਜਾਖੜ ਜਿਹੜਾ ਇੰਨਾ ਤਜਰਬੇਕਾਰ ਲੀਡਰ ਹੈ, ਕਿਉਂ ਨਾ ਉਹਨਾਂ ਦੀਆਂ ਸਰਵਿਸਿਜ਼ ਅਸੀਂ ਆਪਣਾ ਭਾਰਤੀ ਜਨਤਾ ਪਾਰਟੀ ਨੂੰ ਇੱਕ ਰੀਜੂਵੀਨੇਟ ਕਰਨ ਦੇ ਵਾਸਤੇ, ਇੱਕ ਨਵੀਂ ਰੂਹ ਫੂਕਣ ਦੇ ਵਾਸਤੇ ਉਹਨਾਂ ਦੀਆਂ ਸਰਵਿਸਿਜ਼ ਕਿਉਂ ਨਾ ਲਈਆਂ ਜਾਣ। ਹੋਰ ਵੀ ਬਹੁਤ ਸਾਰੇ ਲੀਡਰ ਹੈ। ਮੈਂ ਉਮੀਦ ਕਰਦਾ ਹੈਗਾ ਕਿ ਹੁਣ ਜਿਹੜੀ ਉਹਨਾਂ ਦੀ ਕਮਾਂਡ ਦੇ ਥੱਲੇ ਨਵੀਂ ਟੀਮ ਬਣਨੀ ਹੈ, ਉਹਦੇ ਵਿੱਚ ਵੀ ਨਵੇਂ ਚਿਹਰਿਆਂ ਨੂੰ ਉਹ ਨਵੇਂ ਪੁਰਾਣੇ ਮਿਕਸ ਕਰਕੇ, ਜਿਨ੍ਹਾਂ ਦਾ ਤਜਰਬਾ ਆ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ। ਜਿਹੜੇ ਨਵੇਂ ਚਿਹਰੇ ਜਿਨ੍ਹਾਂ ਨੂੰ ਨਹੀਂ ਮੌਕਾ ਮਿਲਿਆ, ਜਿਨ੍ਹਾਂ ਦੇ ਕੋਲ ਕੈਪੇਬਿਲਿਟੀ ਹੈ ਲੀਡਰਸ਼ਿਪ ਦੀ, ਉਹਨਾਂ ਨੂੰ ਵੀ ਮੌਕਾ ਦੇਣ। ਤੇ ਮੈਨੂੰ ਪੂਰੀ ਉਮੀਦ ਹੈਗੀ ਆ ਕਿ ਜਿਹੜੀ ਨਵੀਂ ਟੀਮ ਆਏਗੀ, ਉਹ ਸਾਨੂੰ 2024 ਦੇ ਵਿੱਚ ਵੀ ਤੇ 2027 ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਅਸੀਂ ਜਿੱਤ ਵੱਲ ਵੱਧ ਰਹੇ ਹਾਂ। ਜਦੋਂ ਸਭ ਗੱਲ ਕਰੀਏ ਤਾਂ ਭਾਜਪਾ ਦੀ ਆਈਡੀਓਲੋਜੀ ਤੇ ਕਾਂਗਰਸ ਦੀ ਆਈਡੀਓਲੋਜੀ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਔਰ ਸੂਬਾ ਪ੍ਰਧਾਨ ਰਹੇ, 3 ਵਾਰ ਵਿਧਾਇਕ ਰਹੇ, ਜਿਵੇਂ ਕਿ ਤੁਸੀਂ ਦੱਸਿਆ 1 ਵਾਰੀ ਸਾਂਸਦ ਵੀ ਰਹਿ ਚੁੱਕੇ ਨੇ। ਲੰਬਾ ਸਮਾਂ ਜਿਹੜਾ ਹੈ ਕਾਂਗਰਸ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੈ। ਕਿ ਭਾਜਪਾ ਦੇ ਵਿੱਚ ਰਹਿ ਕੇ ਭਾਜਪਾ ਦੀ ਆਈਡੀਓਲੋਜੀ ਨੂੰ ਸਮਝ ਪਾਣਗੇ, ਉਸ ਦੇ ਵਿੱਚ ਰਲ ਪੈਣਗੇ? ਦੇਖੋ ਵਿਜੇ ਜੀ, ਮੈਂ ਸਮਝਦਾ ਹੈਗਾ ਕਿ ਇਹਦੇ ਵਿੱਚ ਆਈਡੀਓਲੋਜੀ ਨੂੰ ਜੇ ਉਹਨਾਂ ਨੇ ਸਾਲ ਭਰ ਸਮਝਿਆ, ਸੈਂਟਰਲ ਲੀਡਰਸ਼ਿਪ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਰਹੀ ਹੈ, ਤੇ ਤਾਂ ਹੀ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਹੈਗਾ। ਬਹੁਤ ਸਾਰੀਆਂ ਗੱਲਾਂ ਸਮੇਂ ਦੇ ਨਾਲ ਜਦੋਂ ਆਪਾਂ ਵਿਚਰਦੇ ਹਾਂ ਪਾਰਟੀ ਦੇ ਵਿੱਚ, ਤਾਂ ਜਿਹੜੇ ਹੁਣ ਜਿੰਨੇ ਪ੍ਰੋਗਰਾਮ ਆਉਂਦੇ, ਜੇ ਮੈਂ ਵੀ ਇੱਕ ਬਤੌਰ ਬਿਊਰੋਕਰੈਟ ਰਿਹਾ ਹੈਗਾ ਤੇ ਮੈਂ ਹੁਣ ਐਸਸੀ ਮੋਰਚੇ ਦਾ ਪ੍ਰਧਾਨ ਹੈ, ਤਾਂ ਇਹ ਮੈਨੂੰ ਕੋਈ ਸਾਰੀਆਂ ਗੱਲਾਂ ਪਹਿਲਾਂ ਥੋੜ੍ਹੀ ਪਤਾ ਸੀਗੀਆਂ। ਜਦੋਂ ਹੁਣ ਮੈਂ ਜੁਆਇਨ ਕੀਤਾ, ਬਹੁਤ ਸਾਰੀਆਂ ਗੱਲਾਂ ਸਮਝ ਲੱਗ ਰਹੀਆਂ ਹੈਗੀਆਂ। ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਇੱਕ ਭਰਮ ਪਾਲੀ ਬੈਠੇ ਸੀਗੇ, ਜਿਵੇਂ ਲੋਕੀ ਕਹਿੰਦੇ ਹੈਗੇ ਆ ਕਿ ਆਪਣਾ ਭਾਰਤੀ ਜਨਤਾ ਪਾਰਟੀ ਦਾ ਐਂਟੀ ਸ਼ਡਿਊਲਡ ਕਾਸਟ ਹੈ। ਜਦੋਂ ਦਾ ਮੈਂ ਜੁਆਇਨ ਕੀਤਾ, ਮੈਨੂੰ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਲੱਗੀ। ਜੋ ਐਸਸੀ ਵਰਗ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਕੀਤਾ, ਇਹ ਤਾਂ ਕਦੇ ਨਹੀਂ ਕਾਂਗਰਸ ਨੇ ਨਹੀਂ ਕੀਤਾ। ਜੇ ਮੈਂ ਤੁਹਾਨੂੰ ਕਹਿਣਾ ਚਾਹਾਂ, ਅੱਜ ਕੱਲ੍ਹ ਸੁਣਨ 'ਚ ਆਇਆ ਕਿ 1-2 ਪਾਰਟੀਆਂ ਦੇ ਮੁਖੀਆਂ ਨੇ, ਜਿਵੇਂ ਚੰਨੀ ਸਾਹਿਬ ਨੇ ਵੀ ਜਾਖੜ ਸਾਹਿਬ ਨੂੰ ਕਿਹਾ ਕਿ ਜੀ ਇਹ ਤਾਂ ਐਂਟੀ ਦਲਿਤ ਹੈਗੇ ਆ, ਇਹ ਤਾਂ ਦਲਿਤ ਵਿਰੋਧੀ ਹੈਗੇ ਆ। ਤਾਂ ਮੈਂ ਸਮਝਦਾ ਹੈਗਾ ਆ ਕਿ ਆਪਣਾ ਜਦੋਂ ਤੁਹਾਨੂੰ ਮੌਕਾ ਮਿਲਿਆ, ਚੰਨੀ ਜੀ ਤੁਸੀਂ ਦਲਿਤ ਵਰਗ ਦੇ ਵਿੱਚੋਂ ਆਏ ਹੋ, ਤੁਸੀਂ ਦੱਸੋ ਕੋਈ ਇੱਕ ਗਿਣਤੀ ਕਰਕੇ ਇੱਕ ਸਿੰਗਲ ਦੱਸ ਦਿਓ ਮੈਨੂੰ ਅਚੀਵਮੈਂਟ ਆਪਣੀ, ਜੋ ਤੁਸੀਂ ਦਲਿਤਾਂ ਲਈ ਕੰਮ ਕੀਤਾ ਹੋਵੇ। ਤੁਸੀਂ ਆਪਣੀ ਉਹਨਾਂ ਦੀ ਰਿਜ਼ਰਵੇਸ਼ਨ 32% ਵਸੋਂ ਦੀ 25% ਹੈ। 1975 ਤੋਂ ਚੱਲੀ ਆ ਰਹੀ ਹੈ 25%। ਪਾਪੂਲੇਸ਼ਨ ਵੱਧ ਰਹੀ ਹੈ। ਰਾਏ ਸਿੱਖ ਵੀ 2007 ਦੇ ਵਿੱਚ ਆਗੇ ਐਡ ਹੋ ਗਏ ਆ। ਤੁਸੀਂ ਦੱਸੋ ਕਿਹੜਾ ਕੰਮ ਕੀਤਾ? ਤੁਸੀਂ 27.5% ਰਿਜ਼ਰਵੇਸ਼ਨ ਆਲ ਓਵਰ ਇੰਡੀਆ ਹੈਗੀ ਆ, ਤੁਸੀਂ ਉਹ ਨਹੀਂ ਦਿੱਤੀ ਆਪਣਾ OBC ਭਰਾਵਾਂ ਨੂੰ। PAU ਗੜਵਾਸੂ ਦੇ ਵਿੱਚ ਜਿਹੜੀ ਆਪਣਾ 0 ਰਿਜ਼ਰਵੇਸ਼ਨ ਹੈ, ਤੁਸੀਂ ਉਹ ਨਹੀਂ ਦਵਾ ਸਕੇ ਉਹਨਾਂ ਨੂੰ। ਤੇ ਤੁਸੀਂ ਆਪਣੇ ਆਪ ਨੂੰ ਦਲਿਤਾਂ ਦਾ ਲੀਡਰ ਕਹਿੰਦੇ ਹੋ, ਤੇ ਦਲਿਤਾਂ ਲਈ ਕੀਤਾ ਕੀ ਹੈ?
ਸੋ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਹਾਂ। ਦੇਖੋ ਤੁਹਾਨੂੰ ਪਤਾ ਹੈਗਾ, ਮੈਂ ਤਾਂ ਆਈਐਸ ਰਿਟਾਇਰ ਹੋਇਆ, ਬਿਊਰੋਕਰੈਟ ਰਿਹਾ, ਗਵਰਨਮੈਂਟ ਦੀ ਫੰਕਸ਼ਨ ਦੋਨਾਂ ਸਰਕਾਰਾਂ 'ਚ ਹੀ ਦੇਖੀ ਹੈ, ਬੀਜੇਪੀ ਦੇ ਵੀ, ਅਕਾਲੀਆਂ 'ਚ ਵੀ ਤੇ ਕਾਂਗਰਸ ਵਿੱਚ ਵੀ। ਅਸੀਂ ਆਪਣਾ ਇਹਨਾਂ ਦੇ ਨਾਲ ਚੱਲ ਕੇ ਇਹਨਾਂ ਨੂੰ ਐਡਵਾਈਜ਼ ਕਰਾਂਗੇ ਕਿ ਜਦੋਂ ਭਾਰਤੀ ਜਨਤਾ ਪਾਰਟੀ ਸੱਤਾ 'ਚ ਆਏਗੀ ਤਾਂ ਜਿੰਨੇ ਸੰਵਿਧਾਨਿਕ ਹੱਕ ਹੈ, ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ ਬੰਦੇ ਦਾ, ਕਿਸੇ ਵਰਗ ਦਾ ਨਹੀਂ। ਜੋ ਸੰਵਿਧਾਨਿਕ ਹੱਕ ਦਲਿਤਾਂ ਨੂੰ, ਐਸੀ ਵਰਗ ਨੂੰ ਮਿਲਣਾ ਚਾਹੀਦਾ ਆ, ਉਹ ਅਸੀਂ ਪ੍ਰੋਮਿਸ ਕਰਦੇ ਹਾਂ, ਅਸੀਂ ਲੈ ਕੇ ਦਿਆਂਗੇ। ਲੀਡਰ ਸਾਹਿਬ, ਜਦੋਂ ਦੇ ਸੁਨੀਲ ਜਾਖੜ ਪ੍ਰਧਾਨਗੀ ਦਾ ਅਨਾਉਂਸਮੈਂਟ ਹੋਈ ਹੈ ਤੇ ਉਦੋਂ ਤੋਂ ਬਾਅਦ ਨਾਲ ਦੇ ਨਾਲ ਹੀ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਅਰੁਣ ਨਾਰੰਗ ਸੀਗੇ, ਵਿਧਾਇਕ ਰਹਿ ਚੁੱਕੇ ਤੇ ਉਹਨਾਂ ਵੱਲੋਂ ਸਾਰੀਆਂ ਮੁੱਢਲੀਆਂ ਜਿਹੜੇ ਅਹੁਦੇ ਸੀਗੇ ਉਹਨਾਂ ਤੋਂ ਅਸਤੀਫਾ ਦੇ ਦਿੱਤਾ ਗਿਆ। ਹਾਲਾਂਕਿ ਹੋਰ ਵੀ ਕਈ ਲੋਕਾਂ ਵੱਲੋਂ ਵਿਰੋਧ ਜ਼ਾਹਿਰ ਕੀਤਾ ਗਿਆ। ਭਾਜਪਾ ਦਾ ਜਿਹੜਾ ਜਿੱਥੇ ਆਪਾਂ ਬੈਠੇ ਹਾਂ ਉਸ ਦਫ਼ਤਰ ਦੇ ਬਾਹਰ ਇੱਕ ਬੰਦੇ ਨੇ, ਭਾਜਪਾ ਆਗੂ ਨੇ, ਆਪਣੇ ਕੱਪੜੇ ਫਾੜ ਕੇ ਪ੍ਰਦਰਸ਼ਨ ਕੀਤਾ ਗਿਆ ਵੀ ਮੈਂ ਕੱਪੜੇ ਪਹਿਲੇ ਹੀ ਫਾੜ ਦੇਣਾ ਕਿਉਂਕਿ ਜਾਖੜ ਸਾਹਿਬ ਦੇ ਆਉਣ ਨਾਲ ਬਾਅਦ 'ਚ ਤਾਂ ਫਟਣੇ ਹੀ ਹੈ। ਦੇਖੋ ਵਿਜੇ ਜੀ, ਗੱਲ ਇਹ ਹੈਗੀ ਆ ਕਿ ਆਪਣਾ ਸੁਨੀਲ ਜਾਖੜ ਜੀ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨਾਂ ਦਾ ਡਟ ਕੇ ਸਾਥ ਦਿੱਤਾ। ਮੈਂ ਵੀ ਡਟ ਕੇ ਸਾਥ ਦਿੱਤਾ ਉਹਨਾਂ ਦਾ। ਜਦੋਂ ਅੰਦੋਲਨ ਪ੍ਰਧਾਨ ਮੰਤਰੀ ਜੀ ਨੇ ਆਪਣਾ ਉਹ ਕਿਸਾਨੀ ਕਾਨੂੰਨ ਵਾਪਸ ਲੈ ਲਏ ਤੇ ਜਾਖੜ ਸਾਹਿਬ ਵੀ ਬੀਜੇਪੀ 'ਚ ਆ ਗਏ, ਮੈਂ ਵੀ ਆ ਗਿਆ। ਤੋ ਇਸ ਕਰਕੇ ਇਹ ਮੁੱਦਿਆਂ ਦੀ ਲੜਾਈ ਹੁੰਦੀ ਆ। ਜਿਨ੍ਹਾਂ ਲੋਕਾਂ ਨੇ ਵਿਰੋਧ ਕੀਤਾ ਹੈਗਾ ਜਾਖੜ ਸਾਹਿਬ ਦਾ, ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਖੜ ਸਾਹਿਬ ਨੇ ਖੁਦ ਵੀ ਇਹ ਸਟੇਟਮੈਂਟ ਦਿੱਤੀ ਹੈ ਕਿ ਦੇਖੋ ਇੱਕ ਪਰਿਵਾਰ ਦੇ ਵਿੱਚ ਵੀ ਆਪਾਂ ਭਾਵੇਂ ਪਿਓ ਪੁੱਤ ਹੋਈਏ, ਭਰਾ ਭਰਾ ਹੋਈਏ, ਜਿਹੜਾ ਡਿਫਰੈਂਸ ਆਫ ਓਪੀਨੀਅਨ ਹੈ ਹੋ ਜਾਂਦਾ ਆ, ਲੇਕਿਨ ਜਿਹੜੀ ਪ੍ਰਧਾਨਗੀ ਆ ਇਹ ਕੋਈ ਪਿਤਾ ਪੁਰਖੀ ਨਹੀਂ ਹੈ, ਇਹ ਕਿਸੇ ਨੂੰ ਵੀ ਮਿਲ ਸਕਦੀ ਹੈ। ਇੱਕ ਮੌਕਾ ਦਿੱਤਾ ਗਿਆ ਹੈਗਾ ਸੁਨੀਲ ਜਾਖੜ ਜੀ ਨੂੰ, ਉਹਨਾਂ ਨੂੰ ਪਰਫਾਰਮ ਕਰਨ ਦਾ ਸਮਾਂ ਤਾਂ ਦਿਓ। ਜੇ ਉਹ ਆਪਣਾ ਪਾਰਟੀ ਨੂੰ ਉਚਾਈਆਂ ਤੇ ਲੈ ਕੇ ਜਾਣਗੇ ਤੇ ਚਾਹੇ ਮੈਂ ਵਰਕਰ ਹਾਂ ਤੇ ਚਾਹੇ ਮੈਂ ਪਾਰਟੀ ਦਾ ਲੀਡਰ ਹਾਂ ਤੇ ਮੈਂ ਉਹਨਾਂ ਨੂੰ ਕਿਉਂ ਨਾ ਪਸੰਦ ਕਰਾਂ। ਸੋ ਇਸ ਕਰਕੇ ਲੀਡਰਸ਼ਿਪ ਜਿਹੜੀ ਹੈ ਸਾਡੀ, ਤੇ ਜੇ 2 ਸੀਟਾਂ ਤੋਂ 303 ਸੀਟਾਂ ਤੇ ਪਾਰਲੀਮੈਂਟ ਦੇ ਵਿੱਚ ਪਹੁੰਚ ਸਕਦੀ ਹੈ, ਰਾਜ ਕਰ ਸਕਦੀ ਹੈ, ਤੇ ਆਪਾਂ ਉਹਨਾਂ ਨੂੰ ਇੰਨਾ ਤਾਂ ਅੰਡਰ ਐਸਟੀਮੇਟ ਨਾ ਕਰੀਏ ਤੇ ਉਹਨਾਂ ਦੀ ਲਿਆਕਤ ਦੇ ਉੱਪਰ, ਸਿਆਣਪ ਦੇ ਉੱਪਰ ਆਪਾਂ ਕੌਣ ਹੁੰਦੇ ਆ ਕੁਐਸਚਨ ਕਰਨ ਵਾਲੇ। ਤੇ ਆਪਾਂ ਜੇ ਉਹਨਾਂ ਨੇ ਸੋਚ ਸਮਝ ਕੇ ਇਹ ਫੈਸਲਾ ਲਿਆ ਹੈਗਾ, ਮੈਨੂੰ ਪੂਰਨ ਉਮੀਦ ਹੈ ਕਿ ਸੁਨੀਲ ਜਾਖੜ ਜੀ 1% ਨਹੀਂ, 2% ਨਹੀਂ, 100% ਪੂਰਾ ਉਤਰਨਗੇ। ਉਹਨਾਂ ਦੇ ਜੋ ਕੱਲ ਮੈਂ ਉਤਸ਼ਾਹ ਦੇਖਿਆ ਅੰਮ੍ਰਿਤਸਰ ਵਿਖੇ ਜਦੋਂ ਆਏ ਆ, ਤਾਂ ਨਵੀਂ ਪੁਰਾਣੀ ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਖੜੀ ਸੀਗੀ, ਮੋਢੇ ਨਾਲ ਮੋਢਾ ਜੋੜ ਕੇ। ਸੈਂਟਰ ਦੇ ਵਜ਼ੀਰ ਤੱਕ ਆਏ ਹੋਏ ਸੀਗੇ। ਸੈਂਟਰ ਦੀ ਜਿਹੜੀ ਆਪਣਾ ਰੂਪਾਨੀ ਜੀ ਆ, ਫਾਰਮਰ ਮੁੱਖ ਮੰਤਰੀ ਰਹੇ ਆ ਗੁਜਰਾਤ ਦੇ, ਉਹ ਵੀ ਆਏ ਹੋਏ ਸੀਗੇ। ਸਾਡੇ ਆਪਣੇ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਆਏ ਹੋਏ ਸੀਗੇ। ਮਹਾਮੰਤਰੀ ਤਰੁਣ ਚੁੱਗ ਜੀ ਆਏ ਹੋਏ ਸੀਗੇ। ਜੋ ਤੇ ਨਿੱਕੇ ਤੋਂ ਨਿੱਕਾ ਵਰਕਰ ਤੇ ਵੱਡੇ ਤੋਂ ਵੱਡਾ ਲੀਡਰ ਸਾਰੇ ਆਏ ਹੋਏ ਸੀ। ਮਤਲਬ ਕਹਿ ਸਕਦੇ ਹਾਂ ਵੀ ਸੁਨੀਲ ਜਾਖੜ ਜੋ ਕਿ ਕੱਦਾਵਰ ਨੇਤਾ ਹੈ, ਕਿਉਂਕਿ ਪੁਰਾ ਸਿਆਸਤ ਦੇ ਮਾਹਿਰ ਹੈ, ਬੋਲਣ ਸ਼ੈਲੀ ਦੇ ਵਿੱਚ ਉਹਨਾਂ ਦੀ ਮਹਾਰਤ ਹਾਸਲ ਹੈ ਉਹਨਾਂ ਨੂੰ, ਤੇ ਹੋਰ ਵੀ ਕਈ ਚੀਜ਼ਾਂ, ਚਾਹੇ ਕਿਸਾਨੀ ਦੇ ਵਿੱਚ ਰਲੇਵਾ ਹੋਵੇ, ਚਾਹੇ ਹਿੰਦੂਤਵ ਦੇ ਵਿੱਚ ਹੋਵੇ, ਚਾਹੇ ਸਿੱਖਾਂ ਦੇ ਵਿੱਚ, ਜੱਟਾਂ ਦੇ ਵਿੱਚ ਹੋਵੇ, ਤਾਂ ਕਿਹਾ ਜਾਂਦਾ ਵੀ ਸੁਨੀਲ ਜਾਖੜ ਸਾਰੀ ਕਮਿਊਨਿਟੀ ਦੇ ਵਿੱਚ ਫਿੱਟ ਬੈਠਦੇ ਆ। ਹਾਂ ਬਿਲਕੁਲ ਠੀਕ ਤੁਸੀਂ ਕਿਹਾ, ਕਿਉਂਕਿ ਇਹੀ ਇੱਕ ਚੰਗੇ ਨੇਤਾ ਦਾ ਇੱਕ ਸ਼ਖਸੀਅਤ ਦਾ ਹਿੱਸਾ ਹੁੰਦਾ ਹੈਗਾ ਕਿ ਉਹ ਆਪਣਾ, ਦੇਖੋ ਸਿਆਸਤ ਵਿੱਚ ਇਹ ਆਪਣਾ ਭਾਰਤ ਦੇ ਵਿੱਚ ਲੋਕ ਰਾਜ ਹੈ, ਔਰ ਲੋਕ ਰਾਜ ਦੇ ਵਿੱਚ ਜਿਹੜਾ ਆਪਣਾ ਡੈਮੋਕ੍ਰੇਸੀ ਹੈ, ਇਹਦੀ ਡੈਫੀਨੇਸ਼ਨ ਇਹ ਹੈਗੀ ਆ ਕਿ ਰੂਲ ਆਫ ਦਾ ਮੈਜੋਰਿਟੀ ਵਿਦ ਦਾ ਕੰਸੈਂਟ ਆਫ ਦਾ ਮਾਈਨੋਰਿਟੀ। ਅਸੀਂ ਉਹਨਾਂ ਨੂੰ ਵੀ ਇਗਨੋਰ ਨਹੀਂ ਕਰਨਾ ਜਿਹੜੇ ਭਾਵੇਂ ਰਾਜ 'ਚ ਨਹੀਂ ਆ ਸਕਦੇ, ਲੇਕਿਨ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਰਾਜ ਭਾਰਤੀ ਜਨਤਾ ਪਾਰਟੀ ਦਾ ਕਦੇ ਨਹੀਂ ਹੋਇਆ, ਭਾਵੇਂ ਅਕਾਲੀਆਂ ਦੇ ਨਾਲ ਮਿਲ ਕੇ 3 ਟਰਮਾਂ ਮੇਰੇ ਨਿਗਾਹ ਦੇ ਵਿੱਚ ਵੀ ਹੈ, 1996 ਤੋਂ ਲੈ ਕੇ 2017 ਤੱਕ ਕੀਤਾ ਰਾਜ। ਲੇਕਿਨ ਆਪਣਾ ਜਿਹੜਾ ਸੁਨੀਲ ਜਾਖੜ ਜੀ ਹੈ, ਅਸੀਂ ਆਪਣਾ ਜੋ ਹਾਈ ਕਮਾਂਡ ਦੀ ਜੋ ਸੋਚ ਹੈ, ਅਸੀਂ ਆਪਣਾ ਪਿੰਡਾਂ ਦੇ ਵਿੱਚ, ਸਾਨੂੰ ਅਕਾਲੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੜਨ ਨਹੀਂ ਦਿੱਤਾ। ਵੱਡੇ ਬਾਦਲ ਸਾਹਿਬ ਕਹਿੰਦੇ ਸੀ ਤੁਸੀਂ ਸ਼ਹਿਰ ਸੰਭਾਲੋ, ਅਸੀਂ ਪਿੰਡ ਸੰਭਾਲਦੇ ਹਾਂ। ਤਾਂ 94 ਸੀਟਾਂ ਤੇ ਉਹ ਲੜਦੇ ਸੀ, 23 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਲੜਦੀ ਸੀ। ਹੁਣ ਜਿਹੜਾ ਵੋਟ ਬੈਂਕ ਹੈ ਲਗਾਤਾਰ ਵੱਧ ਰਿਹਾ ਹੈਗਾ ਆ। ਅਸ਼ਵਨੀ ਸ਼ਰਮਾ ਜੀ ਨੇ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ 'ਚ ਲਿਜਾਣ ਵਾਸਤੇ ਬਹੁਤ ਵੱਡਾ ਰੋਲ ਪਲੇ ਕੀਤਾ, ਤੇ ਉਸ ਸੋਚ ਨੂੰ ਤੇ ਉਸ ਅੱਗੇ ਜਿਹੜਾ ਸਾਡੀ ਮੁਹਿੰਮ ਹੈ ਉਹਨੂੰ ਅੱਗੇ ਲੈ ਕੇ ਜਾਣ ਦਾ ਕੰਮ ਜਿਹੜਾ ਹੈਗਾ ਸੁਨੀਲ ਜਾਖੜ ਜੀ ਕਰਨਗੇ। ਔਰ ਸਾਰਾ ਵਰਕਰ ਜਿਹੜਾ ਹੈਗਾ A to Z ਤਿਆਰ ਬੈਠਾ ਹੈਗਾ ਉਹਨਾਂ ਦਾ ਸਾਥ ਦੇਣ ਲਈ। ਜਿੱਥੋਂ ਤੱਕ ਕਿਸੇ ਨੇ ਆਪਣਾ ਕੋਈ ਵਿਰੋਧ ਕੀਤਾ ਹੈਗਾ, ਉਹਨਾਂ ਦੇ ਨਿੱਜੀ ਵਿਰੋਧ ਹੋ ਸਕਦੇ ਹੈਗੇ ਆ। ਔਰ ਪਾਰਟੀ ਵੱਡੀ ਹੁੰਦੀ ਆ, ਦੇਸ਼ ਨੰਬਰ 1 ਤੇ ਹੁੰਦਾ ਆ, ਪਾਰਟੀ ਨੰਬਰ 2 ਤੇ, ਇੰਡੀਵਿਜੂਅਲ ਆਪਾਂ 3ਜੇ ਨੰਬਰ ਤੇ ਆਨੇ ਹੈਗੇ ਆ। ਸੋ ਪਾਰਟੀ ਦਾ ਜਿਹੜਾ ਹਿੱਤ ਹੈਗਾ ਉਹਨੂੰ ਧਿਆਨ 'ਚ ਰੱਖ ਕੇ ਅਸੀਂ ਆਪਣੇ ਨਿੱਜੀ ਹਿੱਤ ਜਿਹੜੇ ਹੈਗੇ ਉਹਨਾਂ ਨੂੰ ਦਬਾ ਕੇ ਰੱਖਣ ਦੀ ਲੋੜ ਹੈ।
ਤੇ ਸਭ ਗੱਲ ਕਰੀਏ ਤਾਂ ਤੁਸੀਂ ਗਠਬੰਧਨ ਦੀ ਗੱਲ ਕੀਤੀ ਵੀ ਗਠਬੰਧਨ ਦੇ ਵਿੱਚ ਭਾਜਪਾ ਨੇ ਸਰਕਾਰ ਪੰਜਾਬ ਦੇ ਵਿੱਚ ਸੱਤਾ ਸੁਖ ਭੋਗਿਆ ਸੀਗਾ ਤੇ ਹੁਣ ਗੱਲ ਕਰੀਏ ਤਾਂ ਜਦੋਂ ਦੇ ਸੁਨੀਲ ਜਾਖੜ ਪ੍ਰਧਾਨ ਬਣਾਏ ਗਏ ਉਦੋਂ ਤੋਂ ਹੀ ਫਿਰ ਦੁਬਾਰਾ ਤੋਂ ਗਠਬੰਧਨ ਦੇ ਕਿਆਸ ਲਗਾਏ ਜਾ ਰਹੇ ਸੀਗੇ, ਚਰਚਾਵਾਂ ਸੀਗੀਆਂ। ਹਾਲਾਂਕਿ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਸੁਖਬੀਰ ਸਿੰਘ ਬਾਦਲ ਦੇ ਅਗਵਾਈ ਦੇ ਵਿੱਚ। ਦਿੱਲੀ ਦੇ ਵਿੱਚ ਵੀ ਭਾਜਪਾ ਦੇ ਸ਼ੀਰਸ਼ ਨੇਤਾਵਾਂ ਨਾਲ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਹੋਈ। ਤਾਂ ਕਿਹਾ ਜਾ ਸਕਦਾ ਹੈ ਵੀ ਸੁਨੀਲ ਜਾਖੜ ਦੇ ਆਉਣ ਨਾਲ ਕਿਤੇ ਨਾ ਕਿਤੇ ਫਿਰ ਭਾਜਪਾ ਤੇ ਅਕਾਲੀ ਦਲ ਦਾ ਗਠਬੰਧਨ ਹੋ ਸਕਦਾ ਹੈ, ਫਿਰ ਪਿਆਰ ਦੀਆਂ ਪਿੰਗਾਂ ਜਿਹੜੀਆਂ ਪੈ ਸਕਦੀਆਂ। ਦੇਖੋ, ਮੈਂ ਇਹ ਵਿਜੇ ਜੀ ਸਮਝਦਾ ਹੈਗਾ ਆ ਕਿ ਇਹ ਆਪਣਾ ਜਿਹੜਾ ਡਿਸੀਜਨ ਹੈ ਗਠਬੰਧਨ ਦਾ, ਇਹ ਤੇ ਹਾਈ ਕਮਾਂਡ ਨੇ ਲੈਣਾ ਹੈਗਾ। ਇਹ ਜਿਹੜਾ ਸਟੇਟ ਪ੍ਰੈਜ਼ੀਡੈਂਟ ਹੈ ਬੀਜੇਪੀ ਦਾ, ਪਹਿਲਾਂ ਅਸ਼ਵਨੀ ਸ਼ਰਮਾ ਜੀ ਸੀ, ਹੁਣ ਸੁਨੀਲ ਜਾਖੜ ਜੀ ਆ, ਇਹ ਆਪਣਾ ਸਾਡੇ ਪੂਰੇ ਸਟੇਟ ਦੇ ਇੱਕ ਆਪਣਾ ਸਪੋਕਸਮੈਨ ਦੇ ਤੌਰ ਤੇ, ਨੁਮਾਇੰਦੇ ਦੇ ਤੌਰ ਤੇ ਲੋਕਾਂ ਦੇ ਵਿਊਜ਼ ਜਿਹੜੇ ਆ ਉਹ ਆਪਣਾ ਹਾਈ ਕਮਾਂਡ ਤੱਕ ਪਹੁੰਚਦੇ ਕਰਨੇ ਹੁੰਦੇ ਉਹਨਾਂ ਨੇ। ਅੱਜ ਦੇ ਦਿਨ ਦੇ ਵਿੱਚ ਮੈਂ ਇੱਕ ਛੋਟਾ ਕਾਰਿਆਕਰਤਾ ਹੈਗਾ, ਪਰ ਮੈਂ ਇਹ ਸੋਚ ਰਿਹਾ ਜੋ ਮੇਰੀ ਇਨਫੋਰਮੇਸ਼ਨ ਹੈ ਜਾਂ ਜਾਣਕਾਰੀ ਹੈ ਉਹਦੇ ਮੁਤਾਬਕ ਕੋਈ ਗਠਬੰਧਨ ਨਹੀਂ ਹੋ ਰਿਹਾ। ਸੋ ਮੈਂ ਇੱਕ ਇਹ ਵੀ ਗੱਲ ਕਹਿਣੀ ਚਾਹਾਂਗਾ ਕਿ ਜਿਵੇਂ ਆਪਾਂ ਜਿਹੜਾ ਫੇਥ ਹੈ ਉਹ ਫੇਥ ਪ੍ਰਤੀ ਆਪਣੇ ਇੰਡੀਅਨ ਲੋਕੀ ਬਹੁਤ ਟੱਚੀ ਹੈ। ਜੇ ਆਪਾਂ ਕਹਿ ਦਈਏ ਕਿ ਕਿਸੇ ਦਾ ਆਪਾਂ ਹਿੰਦੂ ਲੋਕ ਹੈ, ਜੇ ਕੋਈ ਗੀਤਾ ਨੂੰ ਨੁਕਸਾਨ ਪਹੁੰਚਾਵੇ ਜਾਂ ਬੇਅਦਬੀ ਕਰੇ ਤਾਂ ਹਿੰਦੂ ਲੋਕੀ ਮਤਲਬ ਮਾਯੂਸ ਹੋਣਗੇ, ਗੁੱਸਾ ਕਰਨਗੇ, ਨਾਲ ਨਹੀਂ ਚੱਲਣਗੇ। ਜੇ ਕੋਈ ਕੁਰਾਨ ਨੂੰ ਆਪਣਾ ਨੁਕਸਾਨ ਪਹੁੰਚਾਉਂਦਾ ਆ ਤਾਂ ਮੁਸਲਮਾਨ ਲੋਕੀ ਤੁਹਾਡੇ ਨਾਲ ਨਹੀਂ ਚੱਲ ਸਕਦੇ। ਜੇ ਬਾਈਬਲ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਜਿਹੜੇ ਆਪਣੇ ਕ੍ਰਿਸਚੀਅਨ ਲੋਕ ਹੈ ਉਹ ਤੁਹਾਡੇ ਨਾਲ ਨਹੀਂ ਚੱਲਣਗੇ। ਇਸੇ ਤਰ੍ਹਾਂ ਜੇ ਆਪਣਾ ਮੰਨ ਲਓ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਕੋਈ ਨੁਕਸਾਨ ਕਰਦਾ ਹੈ ਤਾਂ ਦਲਿਤ ਲੋਕ, ਰਵਿਦਾਸੀਆ ਲੋਕ ਤੁਹਾਡੇ ਨਾਲ ਨਹੀਂ ਚੱਲਣਗੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀਆਂ ਦੇ ਸਮੇਂ, ਖਾਸ ਕਰਕੇ ਬਾਦਲ ਜਦੋਂ ਉਹਨਾਂ ਦਾ ਪਰਿਵਾਰ ਦਾ ਰਾਜ ਸੀਗਾ ਉਸ ਸਮੇਂ 'ਚ ਹੋਈ ਆ, ਤਾਂ ਉਹਨਾਂ ਦੇ ਨਾਲ ਚੱਲ ਕੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੈ। ਸਾਨੂੰ ਕੋਈ ਕੁਛ ਹਾਸਲ ਨਹੀਂ ਹੋਣਾ। ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ, ਆਪਣਾ ਰਾਜ ਕਰਦੇ ਕਰਦੇ 3 ਸੀਟਾਂ ਤੇ ਆ ਗਏ ਤੇ ਉਹਨਾਂ ਦੇ ਨਾਲ ਅਸੀਂ ਚੱਲਾਂਗੇ ਤਾਂ ਸਾਡਾ ਵੀ ਨੁਕਸਾਨ ਹੋਏਗਾ। ਤੇ ਆਪਾਂ ਕਿਉਂ ਜਾਈਏ ਅਸੀਂ ਆਪਣਾ ਨੁਕਸਾਨ ਕਰਾਉਣ ਲਈ? ਕੌਣ ਸਮਝਦਾਰ ਕਹੇਗਾ ਸਾਨੂੰ? ਸੋ ਮੇਰਾ ਖਿਆਲ ਹੈਗਾ ਕਿ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਹੈ ਉਹ ਇੰਨੀ ਕਿ ਬਹੁਤ ਸਮਝਦਾਰ ਹੈ, ਉਹ ਨਹੀਂ ਜਾਣ ਲੱਗੀ। ਮੇਰਾ ਖਿਆਲ ਹੈ ਕਿ ਕੋਈ ਗਠਬੰਧਨ ਨਹੀਂ ਹੋਣ ਵਾਲਾ, ਨਾ ਅੱਜ, ਨਾ 2024 ਨਾ 2027 'ਚ। ਮਤਲਬ ਤੁਸੀਂ ਮੰਨਦੇ ਹੋ ਵੀ ਭਾਜਪਾ ਜਿਹੜੀ ਹੈ 2024 ਦੀਆਂ ਲੋਕ ਸਭਾ ਹੋਣ ਚਾਹੇ 2027 ਦੇ ਵਿਧਾਨ ਸਭਾ ਚੋਣਾਂ ਹੋਣ, ਇਕੱਲੇ ਲੜੇਗੀ ਔਰ ਆਪਣੇ ਬਲਬੂਤੇ ਤੇ ਸੱਤਾ ਤੇ ਉੱਤੇ ਕਾਬਜ ਹੋ ਸਕਦੀ ਹੈ? ਆਪਣਾ ਦੇਖੋ, ਕੱਲ ਤੁਸੀਂ ਆਪਣਾ ਇੱਕ ਸਾਡੇ ਜਿਹੜੇ ਪ੍ਰਭਾਰੀ ਆ ਆਪਣਾ ਵਿਜੇ ਭਾਈ ਰੂਪਾਨੀ ਜੀ ਦਾ ਬਿਆਨ ਮੀਡੀਆ ਦੇ ਵਿੱਚ ਕਾਫੀ ਛਾਇਆ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਲੜਾਂਗੇ ਔਰ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਾਂਗੇ। ਸੋ ਪ੍ਰਦਰਸ਼ਨ ਦੇ ਵਿੱਚ ਇੱਦਾਂ ਹੁੰਦਾ ਹੈਗਾ ਆ ਕਿ ਜੇ ਮੈਂ ਕਹਾਂ, ਜੇ ਸਾਡੇ ਰੂਪਾਨੀ ਜੀ ਪ੍ਰਭਾਰੀ ਹੈ, ਜੇ ਉਹਨਾਂ ਨੇ ਨਹੀਂ ਇਹ ਗੱਲ ਕਹੀ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਤਾਂ ਮੈਂ ਕਹਿੰਦਾ ਤਾਂ ਬਿਲਕੁਲ ਚੰਗਾ ਨਹੀਂ ਲੱਗਦਾ। ਹਾਂ, ਲੈਟ ਅਸ ਡੂ ਆਵਰ ਬੈਸਟ। ਕਿੰਨੀਆਂ ਸੀਟਾਂ ਜਿੱਤਾਂਗੇ ਜ਼ਰੂਰ। ਕਿੰਨੀਆਂ ਜਿੱਤਾਂਗੇ? 2 ਤੋਂ ਵੱਧ ਜਿੱਤਾਂਗੇ। ਪਿਛਲੀ ਵਾਰ ਤਾਂ ਸਾਡੀਆਂ 2 ਸੀਟਾਂ ਆ, ਹੁਣ ਅਸੀਂ 5 ਜਿੱਤੀਏ, 7 ਜਿੱਤੀਏ, 8 ਜਿੱਤੀਏ, 9 ਜਿੱਤੀਏ, 13 ਦੀਆਂ 13 ਜਿੱਤੀਏ ਤਾਂ ਸਮਾਂ ਦੱਸੇਗਾ। ਕਿਉਂਕਿ ਕਦੇ ਵੀ ਦੂਜੇ ਵਿਰੋਧੀਆਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਆਪਣੀ ਤਿਆਰੀ ਕਰਨੀ ਹੈ, ਉਹਨਾਂ ਨੇ ਆਪਣੇ ਮੁੱਦੇ ਲੈ ਕੇ ਜਾਣੇ ਆ। ਉਹਨਾਂ ਨੇ ਸਾਡੀਆਂ ਬੀਜੇਪੀ ਦੀ ਸੈਂਟਰ ਗਵਰਨਮੈਂਟ ਦੇ ਵਿੱਚ ਸਰਕਾਰ ਹੈਗੀ ਆ, ਉਹਨਾਂ ਨੇ ਸਾਡੇ ਜਿਹੜੇ ਕਮੀਆਂ ਖਾਮੀਆਂ ਉਹਨਾਂ ਨੇ ਵੀ ਲੱਭਣੀਆਂ ਹੈਗੀਆਂ, ਉਹ ਸੱਚੀਆਂ ਆ ਝੂਠੀਆਂ ਉਹ ਉਭਾਰਨਗੇ ਤੇ ਆਪਣਾ ਲੋਕਾਂ ਨੇ ਫਤਵਾ ਦੇਣਾ ਆ। ਲੋਕੀ ਅਗਰ ਸਾਨੂੰ ਫਤਵਾ ਦਿੰਦੇ ਤਾਂ ਮੈਂ ਇੰਨਾ ਵਾਅਦਾ ਤੁਹਾਡੇ ਨਾਲ ਜ਼ਰੂਰ ਕਰਦਾ ਹਾਂ ਕਿ ਸਾਫ਼ ਸੁਥਰਾ ਪ੍ਰਸ਼ਾਸਨ ਬਿਲਕੁਲ ਮਿਲੇਗਾ ਪੰਜਾਬੀਆਂ ਨੂੰ। ਪੰਜਾਬੀ ਅੱਜ ਤੱਕ ਭੁਲੇਖੇ 'ਚ ਰਹੇ ਹੈਗੇ ਆ, ਜਿਵੇਂ ਪਹਿਲਾਂ ਅਕਾਲੀ ਰਹੇ ਰਾਜ ਕਰਦੇ, ਫਿਰ ਕਾਂਗਰਸ ਵਾਲੇ ਰਾਜ ਕਰਦੇ ਰਹੇ ਆ, ਫਿਰ ਉਹਨਾਂ ਨੇ ਇੱਕ ਦਲਿਤ ਮੁੱਖ ਮੰਤਰੀ ਵੀ ਬਣਾਇਆ। ਲੇਕਿਨ ਜੋ ਬਦਲਾਵ ਦਾ ਨਾਅਰਾ ਲੈ ਕੇ ਆਮ ਆਦਮੀ ਪਾਰਟੀ ਆਈ ਸੀ, ਉਹਨਾਂ ਦੇ ਵਿੱਚ ਗਰੀਬ ਆਦਮੀ ਦਾ ਭਲਾ ਬਿਲਕੁਲ ਨਹੀਂ ਹੋਇਆ ਹੈਗਾ, ਬਿਲਕੁਲ ਨਹੀਂ ਹੋਇਆ। ਪੰਜਾਬ ਜਿਹਨੂੰ ਕਹਿੰਦੇ ਸੀ ਅਸੀਂ ਰੰਗਲਾ ਪੰਜਾਬ ਬਣਾ ਦੇਣਾ, ਉਹ ਕੰਗਲਾ ਪੰਜਾਬ ਬਣ ਰਿਹਾ। ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਹੈਗਾ, ਆਮ ਆਦਮੀ ਪਾਰਟੀ ਨੇ 1 ਸਾਲ ਦੇ ਵਿੱਚ 43,000 ਕਰੋੜ ਦਾ ਕਰਜ਼ਾ ਚਾੜਿਆ ਹੋਰ। ਤੋ ਇਸ ਕਰਕੇ ਜਿਹੜੇ ਆਪਣੇ ਵਾਅਦੇ ਸੀਗੇ ਉਹਨਾਂ ਤੇ ਸਵਾਏ ਬਿਜਲੀ ਦੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈਗਾ। ਬਿਜਲੀ ਦੀਆਂ ਦਰਾਂ ਵੀ ਵਧਾ ਦਿੱਤੀਆਂ ਹੈਗੀਆਂ, 2 ਵਾਰੀ ਲੁਕਵੇਂ ਟੈਕਸ ਡੀਜ਼ਲ ਤੇ ਪੈਟਰੋਲ ਤੇ ਲਾਤੇ ਆ। ਹੁਣ ਜਿਹੜੇ ਪੈਨਸ਼ਨਰ ਹੈ 3 ਲੱਖ ਦੇ ਕਰੀਬ ਪੈਨਸ਼ਨਰ ਹੈਗੇ ਆ, ਉਹਨਾਂ ਦੇ ਉੱਤੇ ਵੀ 200 ਰੁਪਈਆ ਮਹੀਨਾ ਲਾਤਾ। ਜਿਹੜੇ ਐਫੀਡੈਵਿਟ ਹੈ 2% ਉਹਨਾਂ ਤੇ ਫੀਸ ਵਧਾਤੀ ਹੈ। ਬਜਟ ਦੇ ਵਿੱਚ 0 ਟੈਕਸ ਸੀਗਾ,
ਬਜਟ ਕਹਿੰਦੇ ਅਸੀਂ ਕੋਈ ਟੈਕਸ ਨਵਾਂ ਨਹੀਂ ਲਾਇਆ, ਲੇਕਿਨ ਨਿਤ ਨਵੇਂ ਦੇ ਨਵੇਂ ਟੈਕਸ ਲਾ ਰਹੇ ਹੈਗੇ ਆ। ਔਰ ਜੋ ਵਾਅਦਾ ਕੀਤਾ ਸੀ ਕਿ ਅਸੀਂ 1 ਲੱਖ ਕਰੋੜ ਰੁਪਈਆ ਜਨਰੇਟ ਕਰ ਦਾਂਗੇ ਕਰਪਸ਼ਨ ਫ੍ਰੀ ਕਰਕੇ, ਰੇਤਾ ਪਾਲਿਸੀ ਲਿਆ ਕੇ, ਐਕਸਾਈਜ਼ ਪਾਲਿਸੀ ਲਿਆ ਕੇ, ਉਹ ਨਵਾਂ ਪੈਸਾ ਨਹੀਂ ਆਇਆ ਹੈਗਾ। ਸੋ ਇਸ ਕਰਕੇ ਝੂਠੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਨੇ ਗੁੰਮਰਾਹ ਕੀਤਾ ਹੈਗਾ ਲੋਕਾਂ ਨੂੰ। ਪੰਜਾਬ ਦੇ ਲੋਕੀ ਬਹੁਤ ਠੱਗੇ ਵਿਜੇ ਜੀ ਮਹਿਸੂਸ ਕਰ ਰਹੇ ਆ। ਆਪਣਾ ਗੁਰਬਾਣੀ ਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਆ ਕਿ ਆਪਣਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ। ਮੈਂ ਤਾਂ ਸੋਚਿਆ ਸੀਗਾ ਕਿ ਇਹ ਹੰਸ ਹੈਗਾ ਤਾਂ ਮੈਂ ਇਹਦੇ ਨਾਲ ਇਹਦਾ ਸਾਥ ਦਿੱਤਾ ਸੀ, ਮੈਨੂੰ ਕੀ ਪਤਾ ਸੀ ਇਹ ਬਗਲਾ ਭਗਤ ਹੈ। ਲੱਦਰ ਸਾਹਿਬ, ਆਖਰੀ ਸਵਾਲ, ਕਾਂਗਰਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਦੇ ਪ੍ਰਧਾਨਗੀ ਬਣਨ ਨਾਲ ਭਾਜਪਾ ਦੇ, ਤੇ ਕਈ ਲੋਕ ਤਾਂ ਬੜੇ ਖੁਸ਼ ਦਿਖਾਈ ਦਿੰਦੇ ਨੇ, ਹਾਲਾਂਕਿ ਕਈ ਮਾਯੂਸ ਵੀ ਹੈ ਵੀ ਕਾਂਗਰਸ ਤੋਂ ਜਿਹੜਾ ਗਿਆ ਬੰਦਾ ਉਹਨੂੰ ਭਾਜਪਾ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਤੇ ਹਾਲਾਂਕਿ ਕਾਂਗਰਸ ਦੇ ਵਿਧਾਇਕ ਰਹੇ ਮਦਨ ਲਾਲ ਜਲਾਲਪੁਰ, ਉਹ ਬੜੇ ਖੁਸ਼ ਦਿਖਾਈ ਦਿੰਦੇ ਆ। ਉਹ ਕਹਿੰਦੇ ਵੀ ਸਾਡਾ ਦੋਸਤ ਹੈ ਜੀ, ਭਾਜਪਾ ਦੀ 1 ਨੰਬਰ ਪਾਰਟੀ ਹੈ ਔਰ ਬੜੀ ਵੱਡੀ ਪਾਰਟੀ ਦਾ ਪ੍ਰਧਾਨ ਬਣਨਾ ਤਾਂ ਮੁਬਾਰਕਬਾਦ ਵੀ ਉਹਨਾਂ ਨੂੰ ਦਿੱਤੀ ਗਈ ਹੈ। ਤਾਂ ਕਿੱਦਾਂ ਦੇਖਦੇ ਹੋ ਕਿ ਕਈ ਕਾਂਗਰਸੀ ਵੀ ਹੁਣ ਭਾਜਪਾ ਦੇ ਵਿੱਚ ਹੋਰ ਸ਼ਾਮਲ ਹੋ ਸਕਦੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ? ਵਿਜੇ ਜੀ ਦੇਖੋ, ਪਹਿਲਾਂ ਵੀ ਬਹੁਤ ਸਾਰੇ ਆਪਣਾ ਅਸ਼ਵਨੀ ਸ਼ਰਮਾ ਜੀ ਦੇ ਸਮੇਂ ਤੇ ਬਹੁਤ ਸਾਰੇ ਲੋਕਾਂ ਨੇ ਵੱਡੇ ਜਿਨ੍ਹਾਂ ਦਾ ਨਾਂ ਲੋਕਾਂ ਦਾ ਕੈਬਨਿਟ ਰੈਂਕ ਮਿਨਿਸਟਰ ਹੈ, ਉਹਨਾਂ ਲੋਕਾਂ ਨੇ ਆਪਣਾ ਕਾਂਗਰਸ ਛੱਡ ਕੇ ਇਹ ਜੁਆਇਨ ਕੀਤਾ। ਇਸੇ ਤਰ੍ਹਾਂ ਅਕਾਲੀਆਂ ਦੇ ਵਿੱਚੋਂ ਵੀ ਆਪਣਾ ਭਾਜਪਾ 'ਚ ਆਏ ਹੈਗੇ ਆ। ਔਰ ਕਿਉਂਕਿ ਇਹਨਾਂ ਦਾ ਜਿੰਨਾ ਸੁਨੀਲ ਜਾਖੜ ਜੀ ਦਾ ਪੋਲੀਟੀਕਲ ਕੈਰੀਅਰ ਰਿਹਾ, ਭਾਵੇਂ 3 ਵਾਰੀ MLA, ਭਾਵੇਂ ਮੈਂਬਰ ਪਾਰਲੀਮੈਂਟ, ਭਾਵੇਂ ਲੀਡਰ ਆਫ ਅਪੋਜੀਸ਼ਨ, ਸਾਰਾ ਕਾਂਗਰਸ 'ਚ ਹੀ ਰਿਹਾ। ਸੋ ਇਸ ਕਰਕੇ ਮੈਨੂੰ ਲੱਗਦਾ ਹੈਗਾ ਕਿ ਇਹ ਆਪਣਾ ਕਾਂਗਰਸ ਦਾ ਜਿਹੜਾ ਹੈਗਾ ਆ ਆਪਣਾ ਸਫਾਇਆ ਹੋ ਜਾਣਾ ਪੰਜਾਬ ਦੇ ਵਿੱਚ ਨੰਬਰ 1 ਆਲਮੋਸਟ ਹੋ ਚੁੱਕਾ ਹੈਗਾ। ਦੇਖੋ, ਇਹ ਡਿਵਾਈਡਡ ਹਾਊਸ ਹੈ, ਇਹ ਹਾਊਸ ਆਫ ਕਾਰਡਸ ਦੇ ਵਾਂਗ ਢਹਿੰਦੇ ਜਾਣਾ। ਦੇਖੋ ਆਪਣਾ ਜਿਹੜੇ ਆਪਣੇ ਪ੍ਰਤਾਪ ਸਿੰਘ ਬਾਜਵਾ ਜੀ ਹੈ, ਇਹਨਾਂ ਦਾ ਮੂੰਹ ਕਿੱਧਰ ਨੂੰ ਹੈਗਾ, ਤੇ ਜਿਹੜਾ ਰਾਜਾ ਵੜਿੰਗ ਹੈ ਉਹਦਾ ਮੂੰਹ ਕਿੱਧਰ ਨੂੰ ਹੈ, ਨਵਜੋਤ ਸਿੰਘ ਸਿੱਧੂ ਦਾ ਮੂੰਹ ਕਿੱਧਰ ਨੂੰ ਹੈਗਾ ਆ, ਚੰਨੀ ਦਾ ਮੂੰਹ ਕਿੱਧਰ ਨੂੰ ਆ। ਇਹਦੇ ਵਿੱਚ ਤੇ ਮੈਨੂੰ ਐਵੇਂ ਕੋਈ ਹੱਸਦਾ ਕਾਂਗਰਸੀ ਬੰਦਾ ਕਹਿ ਰਿਹਾ ਕਿ ਸਾਡੇ ਪਾਰਟੀ 'ਚ ਤਾਂ 5 ਨੇਤਾਵਾਂ ਨੇ ਅਚਕਨਾ ਸਮਾ ਕੇ ਰੱਖੀਆਂ ਹੋਈਆਂ। ਮੈਂ ਕਿਹਾ ਕਾਹਦੇ ਵਾਸਤੇ? ਕਹਿੰਦੇ ਮੁੱਖ ਮੰਤਰੀ ਦਾ ਅਹੁਦਾ ਚੁੱਕਣ ਲਈ। ਤੇ ਮੈਂ ਕਿਹਾ ਜੇ ਇੱਥੇ 5 ਮੁੱਖ ਮੰਤਰੀ ਹੋਣ ਕੈਂਡੀਡੇਟ, ਤੇ ਉਹਦਾ ਤਾਂ ਫਿਰ ਰੱਬ ਹੀ ਰੱਖਾ ਹੈਗਾ। ਸਾਡਾ ਤਾਂ ਇੱਕੋ ਹੀ ਲੀਡਰ ਹੈ, ਉਹ ਹੈਗਾ ਸੁਨੀਲ ਜਾਖੜ। ਉਹਨਾਂ ਦੀ ਰਹਿਨਮਾਈ ਦੇ ਵਿੱਚ 100% ਭਾਜਪਾ ਜਿਹੜੀ ਆ ਆਪਣਾ ਪੰਜਾਬ ਦੇ ਵਿੱਚ ਕੰਮ ਕਰੇਗੀ। ਲੱਗਦਾ ਸੁਨੀਲ ਜਾਖੜ ਜੀ ਪੁਰਾਣੀ ਟੀਮ ਨੂੰ ਨਾਲ ਲੈ ਕੇ ਚੱਲਣਗੇ ਤੇ ਜਿਵੇਂ ਭਾਜਪਾ ਦਾ ਜੋ ਕੈਡਰ ਹੈ ਉਸ ਤਰੀਕੇ ਨੂੰ ਅਡਾਪਟ ਕਰਕੇ ਭਾਜਪਾ ਨੂੰ ਮਜ਼ਬੂਤ ਕਰਨਗੇ। ਵਿਜੇ ਜੀ, ਭਾਜਪਾ ਜਿਹੜੀ ਆ ਇਹ ਕਾਡਰ ਬੇਸਡ ਪਾਰਟੀ ਹੈ। ਪਿੰਡਾਂ ਦੇ ਵਿੱਚ ਹੌਲੀ ਪਰਕੋਲੇਟ ਹੋ ਰਹੀ ਆ। ਸ਼ਹਿਰਾਂ ਦੇ ਵਿੱਚ ਇਹਨਾਂ ਦਾ ਆਧਾਰ ਪਹਿਲਾਂ ਹੀ ਕਾਫੀ ਅੱਛਾ ਹੈਗਾ। ਤੁਹਾਨੂੰ ਪਤਾ ਹੈਗਾ ਹੈ ਕਿ ਆਪਣਾ ਜਿਹੜੇ ਜਿਮਨੀ ਚੋਣ ਜਲੰਧਰ ਹੋਈ ਸੀ ਤਾਂ 2 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ MLA ਦੇ ਹਲਕਿਆਂ ਦੇ ਵਿੱਚ ਜਿੱਤੀ ਹੈ, ਕਾਂਗਰਸ ਇੱਕ 'ਚ ਵੀ ਨਹੀਂ ਜਿੱਤੀ ਹੈਗੀ। ਸੋ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵੋਟ ਪਰਸੈਂਟੇਜ ਵੀ ਵਧਿਆ ਹੈਗਾ। ਅਕਾਲੀਆਂ ਦੇ ਨਾਲ ਜਾ ਕੇ ਸਾਡਾ ਵੋਟ ਪਰਸੈਂਟੇਜ ਨੂੰ ਖੋਰਾ ਲੱਗੇਗਾ। ਇਸ ਕਰਕੇ ਮੈਨੂੰ ਲੱਗਦਾ ਹੈਗਾ, ਇੰਡੀਵਿਜੂਅਲ ਵੀ ਮੇਰੀ ਰਾਏ ਆ, ਪਾਰਟੀ ਦੀ ਵੀ ਰਾਏ ਆ, ਕਿ ਉਹਨਾਂ ਨਾਲ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਅਸੀਂ ਥੋੜ੍ਹਾ ਕਰੀਏ ਬਹੁਤਾ ਕਰੀਏ, ਕਰਾਂਗੇ ਤਾਂ ਬਹੁਤਾ, ਲੇਕਿਨ ਅਸੀਂ ਅੱਜ ਦੇ ਦਿਨ 'ਚ ਐਵੇਂ ਸ਼ੇਖੀਆਂ ਮਾਰੀ ਜਾਈਏ ਸ਼ੇਖ ਚਿੱਲੀ ਵਾਲੀਆਂ ਦਾ ਕੋਈ ਫਾਇਦਾ ਨਹੀਂ ਹੈ। ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਲੋਕ ਇਹ ਸਮਝਦੇ ਆ। ਸੁਨੀਲ ਜਾਖੜ ਜੀ ਦੇ ਨਾਲ ਆਉਣ ਦੇ ਨਾਲ ਉਹਨਾਂ ਦੇ ਜਿਹੜੇ ਪੁਰਾਣੇ ਮਿੱਤਰ ਹੈ, ਉਹਨਾਂ ਦੇ ਸਹਿਯੋਗੀ ਹੈਗੇ ਆ, ਉਹ ਸਾਰੀਆਂ ਬੈਰਕਾਂ ਛੱਡ ਕੇ ਇੱਧਰ ਆ ਜਾਣਾ ਉਹਨਾਂ ਨੇ ਔਰ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨਗੇ। ਭਾਰਤੀ ਜਨਤਾ ਪਾਰਟੀ ਦੀ ਚੜ੍ਹਦੀ ਕਲਾ ਦੇ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਹੈ। ਧੰਨਵਾਦ ਜੀ। ਇਹ ਸੀ SR ਲੱਦਰ, ਸਾਬਕਾ IAS ਅਫਸਰ ਤੇ ਪੰਜਾਬ OBC ਮੋਰਚਾ ਦੇ ਪ੍ਰਧਾਨ, ਜਿਨ੍ਹਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਦੇ ਆਉਣ ਨਾਲ ਕਾਂਗਰਸੀ ਵੀ ਕਈ ਜਿਹੜੇ ਹੈ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਆ ਤੇ ਕਾਂਗਰਸ ਜਿਹੜੀ ਹੈ ਖਤਮ ਹੋਣ ਦੇ ਕਗਾਰ ਤੇ। ਇਹ ਲੱਦਰ ਸਾਹਿਬ ਦਾ ਕਹਿਣਾ ਸੀਗਾ। ਤਾਂ ਹੁਣ ਦੇਖਣਾ ਆਏਗਾ 2024 ਦੀਆਂ ਲੋਕ ਸਭਾ ਚੋਣਾਂ ਜਿਹੜੇ ਇਕੱਲੇ ਲੜਨ ਦੇ ਦਾਅਵੇ ਭਾਜਪਾ ਵੱਲੋਂ ਕੀਤੇ ਜਾ ਰਹੇ। ਹਾਲਾਂਕਿ ਵਿਜੇ ਰੂਪਾਣੀ ਵੱਲੋਂ ਵੀ ਕਿਹਾ ਗਿਆ ਸੀਗਾ ਤੇ ਅਕਾਲੀ ਦਲ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਜਿਹੜੀਆਂ ਹੈ ਇਕੱਲੇ ਚੋਣਾਂ ਲੜਾਂਗੇ। ਤੇ ਅੱਜ SR ਲੱਦਰ ਨੇ ਸਾਰੇ ਵਿਰਾਮ ਤੇ ਜਿਹੜਾ ਹੈ ਲਗਾ ਦਿੱਤਾ ਤੇ ਕਿਹਾ ਵੀ ਭਾਜਪਾ 2024 ਦੇ ਵਿੱਚ ਆਪਣੇ ਬਲਬੂਤੇ ਤੇ ਚੋਣਾਂ ਲੜੇਗੀ ਔਰ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਭਾਜਪਾ ਜਿਹੜੀ ਆ ਹੋਰ ਮਜ਼ਬੂਤ ਹੋਵੇਗੀ। ਹੁਣ ਇਹ ਵੱਡਾ ਸਵਾਲ ਹੈ ਕਿ ਸੁਨੀਲ ਜਾਖੜ ਦੇ ਆਉਣ ਨਾਲ ਭਾਜਪਾ ਕਿੰਨੀ ਕੁ ਮਜ਼ਬੂਤ ਹੁੰਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਵੀਡੀਓ ਜਰਨਲਿਸਟ ਵਿਨੋਦ ਦੇ ਨਾਲ ਵਿਜੇ ਵੋਰਾ, ANB ਨਿਊਜ਼, ਚੰਡੀਗੜ੍ਹ।